ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅੱਜ ਅੱਜ ਕੀ ਜਿਹੜਾ ਅਕਾਲੀ ਦਲ ਹੈ ਉਹ ਆਪਣੀ ਖੋਈ ਹੋਈ ਜ਼ਮੀਨ ਲੱਭ ਰਿਹਾ। ਹਾਲਾਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜ਼ਮੀਨ ਦੇ ਮਾਲਕਾਂ ਦਾ, ਕਿਸਾਨਾਂ ਦੀ ਪਾਰਟੀ ਅੱਜ ਜ਼ਮੀਨ ਨਹੀਂ ਲੱਭ ਰਹੀ। ਅਤੇ ਉਹਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਕਾਨਫਰੰਸ ਕੀਤੀ ਹੈ ਜਿਸ 'ਚ ਪਾਰਟੀ 'ਚ ਸੁਧਾਰ ਦੀਆਂ ਗੱਲਾਂ ਕੀਤੀਆਂ ਨੇ। ਇਹ ਕੀ ਗੱਲਾਂ ਨੇ, ਇਹਦੇ ਬਾਰੇ ਚਾਨਣਾ ਪਾਉਣਗੇ ਉੱਘੇ ਪੱਤਰਕਾਰ ਹਮੀਰ ਜੀ। ਹਮੀਰ, ਤੁਹਾਡਾ ਸਵਾਗਤ ਹੈ ਜੀ। शुक्रिया। ਉਹਨੇ ਚਾਨਣਾ ਪਾ ਦੇ ਵੀ ਅੱਜ ਕੀ ਗੱਲ ਕਹੀ ਹੈ ਅਤੇ ਕਿਉਂ ਕਹੀ ਹੈ। ਕੀ ਇਹ ਵੇਲਾ ਢੁਕਵਾਂ ਸੀ ਕਰਨ ਦਾ ਗੱਲ ਹੈ? हाँ, पहली गल तो आप यही करते हैं कि कहा की गया है, मतलब ये इन्फॉर्मेशन का सवाल है सब तो ज़्यादा। और सुखबीर सिंह बादल सीगे, चंदू माजरा होनी, होर लीडर भी सीगे, प्रैस कॉन्फ्रेंस की है इस मामले च, क्योंकि पार्टी तो एक लगातार दबाव चल रहा है काफ़ी समय तो। दबाव ये चल रहा है कि जे तुसी सुधार नहीं करोगे, अंदरूनी जमहूरीयत नहीं लियाओगे, चीज़ां बदलोगे नहीं, तो पार्टी का मुड़ के लोगों नाल जुड़ना बड़ा मुश्किल काम है। तो इन्हां दी कोर कमेटी ने लगभग जुलाई 27 जुलाई ਨੂੰ ਇਹ ਗੱਲ ਮੰਨ ਲਈ ਸੀ ਕਿ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਅਸੀਂ ਮੰਨਦੇ ਹਾਂ ਅਤੇ ਇਹਨੂੰ ਲਾਗੂ ਕਰਾਂਗੇ ਹੌਲੀ ਹੌਲੀ, ਪਰ ਉਹ ਚੱਲਦਾ ਗਿਆ ਅੱਗੇ ਤੋਂ ਅੱਗੇ ਕਦਮ। ਅੱਜ ਲਗਭਗ ਉਹਦੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਿਨਾਂ ਐਲਾਣੇ ਕਿ ਉਹਦੇ ਬਾਰੇ ਹੋ ਰਹੀ ਹੈ ਜਾਂ ਕੀ ਹੈ। ਉਹਦੇ 'ਚ ਕਈ ਨੁਕਤੇ ਜਿਹੜੇ ਨੇ ਜਿਹੜੇ ਪਾਰਟੀ ਨੂੰ ਮਤਲਬ ਦੁਬਾਰਾ ਰਿਵਾਈਵ ਕਰਨ ਦੇ ਲਈ, ਪਾਰਟੀ 'ਚ ਜਮਹੂਰੀਅਤ ਲਿਆਉਣ ਦੇ ਲਈ ਮਤਲਬ ਐਲਾਨੇ ਗਏ ਨੇ ਕੁਛ ਨਾ ਕੁਛ ਪਹਿਲਾਂ ਦੇ ਮੁਕਾਬਲੇ। ਇੱਕ ਤਾਂ ਇਹ ਐਲਾਨਿਆ ਜਿਹੜਾ ਨੁਕਤਾ ਉਹ ਸਾਰੇ ਮਾਮਲੇ ਦੇ ਵਿੱਚ ਕਿ ਹੁਣ ਪਾਰਟੀ ਜਿਹੜੀ ਹੈ ਉਹ ਬੂਥ ਪੱਧਰ ਤੋਂ, ਅਸੀਂ ਬੂਥ ਦਾ ਵੀ ਬੰਦਾ ਜਿਹੜਾ ਇੱਕ ਬੂਥ 'ਤੇ ਉਹ ਚੁਣਿਆ ਜਾਊਗਾ ਅਕਾਲੀ ਵਰਕਰਾਂ ਵੱਲੋਂ, ਜਿਹੜੇ ਚੋਣਾਂ ਦਾ ਬੂਥ ਜਿਹੜਾ ਉਸ ਲੈਵਲ ਦੇ ਉੱਤੇ ਹੋਏਗਾ। ਦੂਜੀ ਗੱਲ ਇਹ ਹੈ ਕਿ ਉਹਦੇ ਤੋਂ ਬਾਅਦ ਫਿਰ ਉਹ ਬੂਥ ਵਾਲੇ ਜਿਹੜੇ ਬੰਦੇ ਨੇ ਚੁਣੇ ਗਏ ਉਹ ਇੱਕ ਸਰਕਲ ਜਥੇਦਾਰ ਚੁਣਨਗੇ ਉਹ ਰਲ ਕੇ। ਫਿਰ ਸਰਕਲ ਵਾਲੇ ਜਿਹੜੇ ਨੇ ਉਹ ਡੈਲੀਗੇਟ ਹੋਣਗੇ, ਉਹ ਜ਼ਿਲ੍ਹਾ ਪ੍ਰਧਾਨ ਚੁਣਿਆ ਕਰਨਗੇ। ਉਸੇ ਤਰੀਕੇ ਨਾਲ ਇੱਕ ਪਾਰਟੀ ਦੀ ਚੋਣ ਹੋਏਗੀ। ਦੂਜੀ ਗੱਲ ਜਿਹੜੀ ਅਕਾਲੀ ਦਲ ਨੇ ਪਿਛਲੇ ਸਮੇਂ ਦੇ ਵਿੱਚ ਇੱਕ SOI ਬਣਾਈ ਸੀ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਛੱਡਤੀ ਸੀ ਬਿਲਕੁਲ ਹੀ ਅਕਾਲੀ ਦਲ ਨੇ ਬੜੇ ਪੱਧਰ ਤੋਂ। ਹੁਣ ਐਡਾ ਦਬਾਅ ਹੈ ਅਕਾਲੀ ਦਲ 'ਤੇ ਕਿ ਤੁਸੀਂ ਪੰਥਕਤਾ ਉੱਥੋਂ ਪਨੀਰੀਓ ਨਹੀਂ ਆ ਰਹੀ, ਸਟੂਡੈਂਟਾਂ 'ਚੋਂ ਤਾਂ ਪਰਿਵਾਰਕ ਰਾਜ ਹੋ ਗਿਆ, ਬਾਕੀ ਚੀਜ਼ਾਂ ਹੋ ਗਈਆਂ ਜੇ। ਅੱਜ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ SOI ਵੀ ਰਹੇਗੀ, ਪਰ ਅਕਾਲੀ ਦਲ ਇੱਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮੁੜ ਕੇ ਬਣਾਏਗਾ। ਅਤੇ ਜਿਹਦੇ ਲੀਡਰ ਇੱਕ ਇਹ ਵੀ ਸਟੂਡੈਂਟ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਤੇ ਇੱਕ ਮਤਲਬ ਸਵਾਲ ਉੱਠਦਾ ਰਿਹਾ ਕਿ ਬਹੁਤੇ ਉਹਦੇ ਲੀਡਰ ਇਹੋ ਜਿਹੇ ਹੋ ਜਾਂਦੇ ਨੇ ਜਿਹੜੇ ਸਟੂਡੈਂਟ ਹੁੰਦੇ ਹੀ ਨਹੀਂ, ਵਿਦਿਆਰਥੀ ਹੁੰਦੇ ਹੀ ਨਹੀਂ, ਮਤਲਬ ਚਿੱਠੀਆਂ ਦਾੜੀਆਂ ਵਾਲੇ ਵੀ ਕਈ ਵਾਰ ਰਹੇ ਪ੍ਰਧਾਨ ਜੇ। ਹਾਲੇ ਵੀ ਹੈਗੇ ਹਾਂ, ਅਤੇ ਉਹਦੇ 'ਚ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਸਟੂਡੈਂਟ ਹੀ ਰਹੂਗਾ ਉਹਦਾ ਪ੍ਰਧਾਨ ਹੋਰ ਨਹੀਂ ਰਹਿ ਸਕੂਗਾ। ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਵਿੱਚ ਵੀ ਇਹ ਕਿਹਾ ਕਿ ਯੂਥ ਅਕਾਲੀ ਦਲ ਦਾ ਪ੍ਰਧਾਨ ਵੀ 35 ਸਾਲ ਦੀ ਉਮਰ ਤੋਂ ਵੱਡਾ ਨਹੀਂ ਹੋਏਗਾ, 35 ਸਾਲ ਦੀ ਉਮਰ ਦੇ ਵਿੱਚ ਦਾਇਰੇ ਦੇ ਵਿੱਚ ਇੱਕ ਆਏਗਾ। ਔਰ ਇਹਦੇ ਨਾਲ ਦੀ ਨਾਲ ਜਿਹੜੇ ਬਾਕੀ ਦੇ ਵਿੰਗ ਨੇ, ਇਸਤਰੀ ਵਿੰਗ ਹੈ, ਬਾਕੀ ਚੀਜ਼ਾਂ ਨੇ, ਉਹਨਾਂ ਨੂੰ ਵੀ ਰਿਵਾਈਵ ਕਰਨ ਦੀ ਗੱਲ ਹੈ। ਅਤੇ ਹੋਰ ਇੱਕ ਗੱਲ ਜਿਹੜੀ ਨੁਕਤਾ ਜਿਹੜਾ ਉਸ ਲੈਵਲ 'ਤੇ ਕੀਤਾ, ਵੱਡੀ ਗੱਲ ਜਿਹੜਾ ਮੁਕਾਬਲਤਨ ਹੈਗੀ ਹੈ ਕਿ ਇੱਕ ਪਰਿਵਾਰ ਇੱਕ ਅਹੁਦਾ ਮਤਲਬ ਇੱਕ ਟਿਕਟ ਹੋਊਗੀ, ਹੇਠਾਂ ਤੋਂ ਲੈ ਕੇ ਉੱਪਰ ਤੱਕ ਇੱਕੋ ਹੀ ਟਿਕਟ ਇੱਕ ਪਰਿਵਾਰ ਨੂੰ ਮਿਲੇਗੀ। ਸਪੋਜ਼ ਕਰੋ ਹੁਣ ਤਾਂ ਜੇ ਦੇਖਿਆ ਜਾਏ ਇੱਕੋ ਪਰਿਵਾਰ 'ਚੋਂ ਦੋਨੇ ਮੈਂਬਰ ਪਾਰਲੀਮੈਂਟ ਨੇ, ਸੁਖਬੀਰ ਬਾਦਲ ਅਤੇ ਹਰਸਿਮਰਤ। ਜੇ ਬਾਦਲ ਪਰਿਵਾਰ 'ਤੇ ਵੀ ਲਾਗੂ ਹੁੰਦੀ ਹੈ ਤਾਂ ਮਤਲਬ ਭਵਿੱਖ ਦੇ ਵਿੱਚ ਇੱਕੋ ਬੰਦਾ ਚੋਣ ਲੜੂਗਾ, ਤਾਂ ਦੋ ਬੰਦੇ ਚੋਣ ਨਹੀਂ ਲੜ ਸਕਦੇ। ਇਸੇ ਤਰ੍ਹਾਂ ਚੰਦੂ ਮਾਜਰੇ ਹੋਣੀ ਨੇ, ਇਸੇ ਤਰ੍ਹਾਂ ਬਾਕੀ ਦੇ ਲੀਡਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜ਼ਿਆਦਾ ਟਿਕਟਾਂ ਸੀ ਤਾਂ ਇੱਕ ਟਿਕਟ ਮਿਲੇਗੀ। ਔਰ ਇੱਕ ਹੋਰ ਗੱਲ ਅਗਲੀ ਜਿਹੜੀ ਉਹਨਾਂ ਨੇ ਐਲਾਨ ਕੀਤੀ ਹੈ ਕਿ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਹੋਣਗੇ ਉਹ ਚੋਣ ਨਹੀਂ ਲੜ ਸਕਣਗੇ। ਜੇ ਜ਼ਿਲ੍ਹੇ ਦਾ ਪ੍ਰਧਾਨ ਚੋਣ ਲੜੂਗਾ ਤਾਂ ਜ਼ਿਲ੍ਹੇ ਪ੍ਰਧਾਨੀ ਉਹਨੂੰ ਛੱਡਣੀ ਪਏਗੀ, ਤਾਂ ਉਹ ਕੇਵਲ ਚੋਣ ਲੜੇਗਾ ਫਿਰ। ਅਤੇ ਹੁਣ ਕੀ ਇਹ ਜ਼ਿਲ੍ਹਾ ਪ੍ਰਧਾਨ ਤੱਕ ਹੀ ਸੀਮਿਤ ਰਹੂਗਾ ਜਾਂ ਉੱਪਰਲੇ ਪ੍ਰਧਾਨਾਂ 'ਤੇ ਵੀ ਲਾਗੂ ਰਹੂਗਾ? ਮੰਨ ਲਓ ਜਿਹੜੇ ਸੂਬੇ ਦਾ ਜਾਂ ਆਲ ਇੰਡੀਆ ਦਾ ਜੋ ਵੀ ਅਕਾਲੀ ਦਲ ਦਾ ਪ੍ਰਧਾਨ ਹੈ, ਅਤੇ ਜੇ ਉਹ ਚੋਣ ਲੜਦਾ ਪ੍ਰਧਾਨਗੀ ਹੋਰ ਨੂੰ ਮਿਲੇਗੀ ਜਾਂ ਪ੍ਰਧਾਨ ਦੋਨੇ ਚੀਜ਼ਾਂ ਕਰ ਸਕੇਗਾ, ਇਹ ਉਹਨਾਂ ਨੇ ਨਹੀਂ ਅਜੇ ਕਲੀਅਰ ਕੀਤਾ। ਮਤਲਬ ਜ਼ਿਲ੍ਹੇ ਪ੍ਰਧਾਨਾਂ ਤੱਕ, ਬਲਾਕ ਪ੍ਰਧਾਨਾਂ ਤੱਕ ਇਹ ਚੀਜ਼ ਐਲਾਨ ਕੀਤੀ ਗਈ ਹੈ, ਲਾਗੂ ਕੀਤੀ ਗਈ ਹੈ। ਅਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਕੁਝ ਗੱਲਾਂ ਉਸ ਪੱਧਰ ਦੇ ਉੱਤੇ ਕੀਤੀਆਂ ਨੇ ਕਿ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਬਣੇਗਾ। ਪਾਰਲੀਮੈਂਟਰੀ ਬੋਰਡ ਜਿਹੜਾ ਹੈ ਉਹ ਟਿਕਟਾਂ ਟੁਕਟਾਂ ਦਾ ਜੋ ਸਿਸਟਮ ਪਹਿਲਾਂ ਹੁੰਦਾ ਸੀ ਅਕਾਲੀ ਦਲ ਦੇ ਵਿੱਚ, ਪਾਰਲੀਮੈਂਟਰੀ ਬੋਰਡ ਹੀ ਹੁੰਦਾ ਸੀ, ਉਦੋਂ ਪ੍ਰਧਾਨ ਸਾਹਿਬ ਇਕੱਲੇ ਨਹੀਂ ਸੀ ਕਰਦੇ ਕੰਮ। ਅਤੇ ਪਰ ਹੁਣ ਕਿਹਾ ਕਿ ਕਿਉਂਕਿ ਲੋਕਾਂ ਦੇ ਇਤਰਾਜ਼ ਨੇ ਉਸ ਪੱਧਰ ਦੇ ਉੱਤੇ ਪਾਰਲੀਮਾਨੀ ਬੋਰਡ ਹੋਏਗਾ ਉਸ ਮਾਮਲੇ 'ਚ। ਇੱਕ ਇਹ ਵੀ ਕਿਹਾ ਕਿ ਕੋਰ ਕਮੇਟੀ ਦੇ ਵਿੱਚ ਅੱਧੇ ਬੰਦੇ 50 ਸਾਲ ਤੋਂ ਹੇਠਾਂ ਦੀ ਉਮਰ ਵਾਲੇ ਹੋਣਗੇ,
ਤਾਂ ਕਿ ਨਵੀਂ ਜਨਰੇਸ਼ਨ ਨੂੰ, ਨਵਿਆਂ ਨੂੰ ਜਾਂ ਉਸ ਲੈਵਲ ਦੇ ਉੱਤੇ ਕੁਝ ਮੌਕਾ ਮਿਲਿਆ ਜਾਏ। ਇੱਕ ਹੋਰ ਗੱਲ ਕੀਤੀ ਗਈ ਹੈ ਉਹਦੇ 'ਚ ਕਿ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਯੂਥ ਅਕਾਲੀ ਦਲ ਦੇ ਵਿੱਚ ਜਾਂ ਜਿਹੜੇ ਬੂਥ ਲੈਵਲ ਦੇ ਬੰਦੇ ਬਣਨਗੇ ਇਹਨਾਂ ਦੇ, ਉਹ ਸਾਬਤ ਸੂਰਤ ਸਿੱਖ ਹੋਣਗੇ। ਜਿਹੜੇ ਸਿੱਖ ਧਰਮ 'ਚੋਂ ਆਏ ਨੇ ਤਾਂ ਉਹ ਸਾਬਤ ਸੂਰਤ ਸਿੱਖ, ਮਤਲਬ ਉਹਦੀ ਭੇਸ਼ ਭੂਸ਼ਾ ਉਹੀ ਜਿਹੀ ਨਹੀਂ ਹੋਣੀ ਚਾਹੀਦੀ। ਇਹ ਅਕਾਲੀ ਦਲ 'ਤੇ ਕਾਫੀ ਦੋਸ਼ ਲੱਗਦਾ ਰਿਹਾ ਕਿ ਉਹ ਯੂਥ ਵਿੰਗ ਤੇ SI ਦੇ ਕਿੰਨਿਆਂ ਦੇ ਨੱਤੀਆਂ ਪਾਈਆਂ ਹੋਈਆਂ ਬੰਦੇ ਬਣਾਤੇ ਜਿਹੜੇ ਆ ਰਹੇ ਨੇ। ਇਹ ਦੇਖੋ ਜੀ, ਲੋਕ ਹੱਸਦੇ ਸੀ, ਇਹ ਅਕਾਲੀ ਕੇਡਰ ਹੈ ਜੀ, ਅਕਾਲੀ ਦਲ ਦਾ ਯੂਥ ਦੇ ਲੀਡਰ ਨੇ ਫਲਾਣੇ। ਉਹਨੂੰ ਉਹਨਾਂ ਨੇ ਮੇਰੇ ਖਿਆਲ ਹੈ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਚਲੋ ਇਸ ਗੱਲ ਨੂੰ ਵੀ ਸੁਧਾਰਿਆ ਜਾਏ, ਪੰਥਕ ਦਿੱਖ ਦਿੱਤੀ ਜਾਏ ਪਾਰਟੀ ਨੂੰ, ਜਾਂ ਵੱਖ-ਵੱਖ ਟਾਈਪ ਦੀ ਉਸ ਲੈਵਲ ਦੀ ਗੱਲ ਕੀਤੀ ਜਾਏ। ਔਰ ਇਸੇ ਦੇ ਨਾਲ ਦੀ ਨਾਲ ਇੱਕ ਇਹ ਕਹਿੰਦੇ ਨੇ ਕਿ ਪ੍ਰਧਾਨ ਸਾਹਿਬ ਨੂੰ ਲੋੜ ਸਲਾਹ ਦੀ ਵੀ ਹੈਗੀ ਹੈ, ਇਹ ਮਹਿਸੂਸ ਕੀਤਾ ਗਿਆ। ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬੁੱਧੀਜੀਵੀਆਂ 'ਚੋਂ ਅਸੀਂ ਇੱਕ ਬੁੱਧੀਜੀਵੀ ਬੋਰਡ ਬਣਾਵਾਂਗੇ, ਜਿਹਦੇ ਨਾਲ ਪ੍ਰਧਾਨ ਜੀ ਲਗਾਤਾਰ ਮੀਟਿੰਗਾਂ ਕਰਿਆ ਕਰਨਗੇ। ਜੋ ਤਬਦੀਲੀਆਂ ਦੱਸਣਗੇ, ਜਿਸ ਲੈਵਲ ਦੇ ਕੰਮ ਦੱਸਣਗੇ, ਜਿਸ ਲੈਵਲ ਦੇ ਏਜੰਡੇ ਹੋਣਗੇ, ਉਹ ਫਿਰ ਕੋਰ ਕਮੇਟੀ 'ਚ ਲਿਆ ਕੇ ਉੱਥੇ ਉਸ ਲੈਵਲ ਦੀਆਂ ਗੱਲਾਂ, ਇੱਕ ਰਣਨੀਤੀ ਉਸ ਪੱਧਰ ਦੇ ਉੱਤੇ ਉਲੀਕੀ ਜਾਇਆ ਕਰੂਗੀ। ਮਤਲਬ ਇਹ ਸਾਰੇ ਜਿਹੜੇ ਮਾਮਲੇ ਦੇ ਵਿੱਚ ਇੱਕ ਸਟਰਕਚਰ ਹੈ, ਮਤਲਬ ਢਾਂਚਾ ਹੈ। ਅਤੇ ਇੱਕ ਹੋਰ ਗੱਲ ਉਹਨਾਂ ਨੇ ਜਿਹੜੀ ਕੀਤੀ, ਜਿਹੜੀ ਬੜੇ ਲੰਮੇ ਸਮੇਂ ਤੋਂ ਬਾਕੀ ਦੇ ਅਹੁਦੇਦਾਰਾਂ ਲਈ ਤਾਂ ਇਹ ਨਹੀਂ ਕਿਹਾ ਗਿਆ, ਪਰ ਪਾਰਟੀ ਦਾ ਪ੍ਰਧਾਨ 2 ਟਰਮਾਂ ਤੋਂ ਵੱਧ ਨਹੀਂ ਹੋਊਗਾ। 2 ਟਰਮਾਂ ਤੋਂ ਵੱਧ ਦਾ ਮਤਲਬ ਹੈ 5 ਸਾਲ ਦੀ ਇੱਕ ਟਰਮ ਹੋਏਗੀ ਚੋਣਾਂ ਦੇ ਮੁਤਾਬਕ, ਅਤੇ 5 ਮਤਲਬ 10 ਸਾਲ ਤੱਕ ਪਾਰਟੀ ਦਾ ਪ੍ਰਧਾਨ ਕੋਈ ਰਹਿ ਸਕਦਾ, ਜਾਂ ਚੁਣਿਆ ਜਾ ਸਕਦਾ, ਜਾਂ ਵੋਟਾਂ 'ਚ ਖੜਾ ਹੋ ਕੇ ਆਪ ਉਹ ਕਰ ਸਕਦਾ। ਫਿਰ ਉਹਨੂੰ ਬ੍ਰੇਕ ਦਿਵਾਉਣੀ ਪਏਗੀ, ਜਿਹੜਾ ਉਹਨਾਂ ਨੇ ਕਿਹਾ ਸ਼ਬਦ ਕਿ ਬ੍ਰੇਕ ਦਿਵਾਉਣੀ ਪਏਗੀ। ਫਿਰ ਇੱਕ ਟਰਮ ਤੋਂ ਬਾਅਦ ਚਾਹੇ ਦੁਬਾਰਾ ਲੜ ਲੇ, ਵਿੱਚ ਦੀ ਹੋਰ ਬੰਦੇ ਆ ਜਾਣ ਜਿਹੜੇ ਪ੍ਰਧਾਨ ਨੇ, ਅਤੇ ਲਗਾਤਾਰ ਉਹ ਦੂਜੀ ਟਰਮ ਤੋਂ ਬਾਅਦ ਪ੍ਰਧਾਨ ਨਹੀਂ ਰਹੂਗਾ। ਹੁਣ ਇਹ ਟਰਮ ਉਹਨਾਂ ਨੇ ਕਿਹਾ ਇਦੋਂ ਪਹਿਲਾਂ ਵੀ, ਜਿਹੜੇ ਸੁਖਬੀਰ ਦੇ ਨੇੜੇ ਬੰਨੇ ਜਾਂਦੇ ਨੇ, ਸਿਕੰਦਰ ਸਿੰਘ ਮਲੂਕਾ ਨੇ ਵੀ ਅਤੇ ਸੁਖਬੀਰ ਬਾਦਲ ਨੇ ਵੀ, ਇਹ ਸ਼ੁਰੂ ਹੋਏਗਾ ਹੁਣ ਇਦੋਂ ਬਾਅਦ। ਇੱਕ ਤਰੀਕਾ ਤਾਂ ਮਤਲਬ ਇਹ ਹੁੰਦਾ ਨਾ ਵੀ ਕਦ ਤੋਂ ਲਾਗੂ ਹੋਏਗਾ, ਕਿ ਜਿਹੜਾ ਹੁਣ 15-12 ਸਾਲ ਰਹਿ ਗਿਆ ਉਹ ਲਾਗੂ ਹੋਊਗਾ, ਨਹੀਂ ਉਹ ਨਵੇਂ ਉਹਦੇ ਤੋਂ ਸ਼ੁਰੂ ਹੋਣਾ ਹੈ, ਜਿਹੜਾ ਅਗਲਾ ਜਿਹੜਾ ਇੱਕ ਮਾਹੌਲ ਉਸ ਲੈਵਲ ਦਾ ਉੱਤੇ ਹੋਣਾ। ਇਹ ਕੁਝ ਮੇਨ ਤਬਦੀਲੀਆਂ ਜਿਹੜੀਆਂ ਕਿਹਾ ਗਿਆ ਸੀਗਾ, ਮਤਲਬ ਵੱਖ-ਵੱਖ ਚਰਚਾਵਾਂ ਦੇ ਵਿੱਚ ਆਉਂਦੀਆਂ ਨੇ ਕਿ ਅਕਾਲੀ ਦਲ ਦੇ ਅੰਦਰ ਡੈਮੋਕ੍ਰੇਸੀ ਹੋਵੇ। ਅਕਾਲੀ ਦਲ 'ਤੇ ਦਬਾਅ ਦਿਖਾਈ ਦੇ ਰਿਹਾ ਹੈ ਕਿ ਬਦਲੇਗਾ। ਅਤੇ ਇੱਕ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇੱਕ ਅਸੀਂ ਅਨੁਸ਼ਾਸਨੀ ਕਮੇਟੀ ਵੀ ਬਣਾਈ ਹੈ। ਹੁਣ ਇਸ ਤੋਂ ਬਾਅਦ ਜਿਹੜਾ ਵੀ ਜਨਤਕ ਫੀਲਡ 'ਚ ਜਾ ਕੇ ਪਾਰਟੀ ਦਾ ਵਿਰੋਧ ਕਰੇਗਾ, ਪਾਰਟੀ ਫੋਰਮ 'ਤੇ ਰੱਖੇ, ਤਾਂ ਉਹਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾਏਗੀ। ਅਤੇ ਜਿਹੜਾ ਅਕਾਲੀ ਦਲ ਦਾ ਰਿਵਾਈਵਲ ਹੈ ਟੋਟਲ, ਕਿਉਂਕਿ ਹੁਣ ਤਾਂ ਪਾਰਟੀ ਦੇ ਭੰਗ ਨੇ, ਬਹੁਤੇ ਔਰਗਨ, ਬਹੁਤੇ ਹਿੱਸੇ ਭੰਗ ਕੀਤੇ ਹੋਏ ਨੇ, ਅਤੇ ਉਹ ਸਾਰੇ ਨਹੀਂ ਹੈ। ਇਹ ਸਾਰਿਆਂ ਦੀ ਜਿਹੜੀ ਲਾਗੂ ਕਰਨ ਦੀ ਡੇਟ ਰੱਖੀ ਹੈ 30 ਨਵੰਬਰ। ਮਤਲਬ ਬੂਥ ਦਾ ਪ੍ਰਧਾਨ, ਬਾਕੀ ਚੋਣਾਂ ਜ਼ਿਲ੍ਹਿਆਂ ਦੇ, ਸਭ ਚੀਜ਼ਾਂ ਜਿੰਨੀਆਂ ਵੀ ਆ ਐਲਾਨ ਕੀਤੇ ਗਏ ਨੇ, ਇਹਦੇ ਲਾਗੂ ਕਰਨ ਇਹ 30 ਨਵੰਬਰ ਤੱਕ ਪੂਰੀਆਂ ਹੋਣੀਆਂ ਨੇ। ਤਾਂ ਇੱਕ ਨਵੀਂ ਫਰੈਸ਼ ਪਾਰਟੀ ਦੇ ਰੂਪ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਇਹ ਇੱਕ ਸਭ ਦੇ ਸਾਹਮਣੇ ਹੋਏਗੀ। ਪੰਜਾਬੀਆਂ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਪੰਥ ਦੀ ਪਾਰਟੀ ਹੈ, ਕਿਸਾਨਾਂ ਦੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਅਤੇ ਇਹਨੂੰ ਅਸੀਂ ਇਸ ਲੈਵਲ 'ਤੇ ਰੱਖਾਂਗੇ। ਇਹ ਕੁਝ ਐਲਾਨ ਪਾਰਟੀ ਪ੍ਰਧਾਨ ਨੇ ਖੁਦ ਕੀਤੇ ਨੇ, ਜਿਹੜੇ ਪਿਛਲੇ ਦਿਨਾਂ ਤੋਂ ਕੁਝ ਦੀ ਇਹਦੇ 'ਚੋਂ ਉਮੀਦ ਕੀਤੀ ਜਾ ਰਹੀ ਸੀ। ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨੇ ਬੜੀਆਂ ਅੱਛੀਆਂ ਲੱਗ ਰਹੀਆਂ। ਲੱਗਦਾ ਵੀ ਪਾਰਟੀ 'ਚ ਨਵੇਂ ਸਿਰੇ ਤੋਂ ਜਾਣ ਪੈ ਸਕਦੀ ਹੈ ਜੇ ਇਹ ਸੱਚੇ ਦਿਲੋਂ ਇਹਨੂੰ ਇੰਪਲੀਮੈਂਟ ਕੀਤਾ ਜਾਂਦਾ, ਕਿਉਂਕਿ ਜੋ ਅੱਜ ਕੱਲ੍ਹ ਹਾਲਾਤ ਨੇ ਉਹਦੇ 'ਚ ਖੇਤਰੀ ਪਾਰਟੀਆਂ ਮਜ਼ਬੂਤ ਹੋਣੀ ਬਹੁਤ ਵੱਡੀ ਇੱਕ ਡਿਮਾਂਡ ਹੈ ਹਰੇਕ ਖਿੱਤੇ ਦੀ। ਅਤੇ ਇਹਦੇ 'ਚ ਇੱਕ ਸਵਾਲ ਉੱਠਦਾ, ਇੱਕ ਝੁੰਦਾ ਕਮੇਟੀ ਬਣੀ ਸੀ, ਕੀ ਇਹ ਸਾਰੀਆਂ ਸਿਫਾਰਸ਼ਾਂ ਉਹਦੀਆਂ ਹੀ ਮੰਨੀਆਂ ਗਈਆਂ ਨੇ, ਕੁਝ ਛੱਡਤੀਆਂ ਕਿ ਜਿਹੜੀਆਂ ਸੂਤ ਬੈਠਦੀਆਂ ਉਹੀ ਰੱਖੀਆਂ, ਬਾਕੀ ਓਕੇ? ਹਾਂ ਬਿਲਕੁਲ, ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਸੀ 42, ਉਹਦੇ 'ਚੋਂ ਮੈਨੂੰ ਲੱਗਦਾ 10-15 ਉਹਨਾਂ ਨੇ ਅਨਾਊਂਸ ਕੀਤੀਆਂ ਨੇ। ਹਜੇ ਝੁੰਦਾ ਕਮੇਟੀ ਪੂਰੀ ਨਹੀਂ। ਇੱਕ ਤਾਂ ਮੇਰਾ ਖਿਆਲ ਹੈ ਅਕਾਲੀ ਦਲ ਨੇ ਇਹ ਕਿਹਾ ਸੀਗਾ ਪਹਿਲਾਂ, ਜਿੱਦਣ ਕੋਰ ਕਮੇਟੀ ਨੇ ਐਕਸੈਪਟ ਕੀਤਾ ਕਿ ਝੁੰਦਾ ਕਮੇਟੀ ਦਾ ਸਿਫਾਰਸ਼ਾਂ ਅਸੀਂ ਜਨਤਕ ਕਰ ਦਾਂਗੇ। ਹਜੇ ਤੱਕ ਉਹ ਜਨਤਕ ਨਹੀਂ, ਦੱਸੀਆਂ ਗਈਆਂ ਗੱਲਾਂ ਨੇ ਲੋਕਾਂ ਤੋਂ। ਇੱਕ ਤਾਂ ਉਹ ਕਮੀ ਆਲਰੇਡੀ ਹੈ, ਉਹ ਕਰਨੀ ਚਾਹੀਦੀ ਸੀ, ਪੱਤਰਕਾਰਾਂ ਨੂੰ ਬਣ ਦਿੰਦੇ ਵੀ ਆਹ 42 ਉਹਨਾਂ ਦੀਆਂ ਸੀ ਅਤੇ ਉਹਦੇ 'ਚੋਂ ਅਸੀਂ ਆਹ ਲਾਗੂ ਕਰ ਰਹੇ ਹਾਂ, ਬਾਕੀ ਜਿਹੜੀਆਂ ਨਹੀਂ ਲਾਗੂ ਕੀਤੀਆਂ ਉਹ ਫਿਰ ਦੇਖ ਲਾਂਗੇ, ਹੌਲੀ ਹੌਲੀ ਕਰਾਂਗੇ ਜਿਸ ਵੀ ਤਰੀਕੇ ਦੇ ਨਾਲ ਹੋਇਆ। ਅਤੇ ਦੂਜੀ ਗੱਲ, ਝੁੰਦਾ ਕਮੇਟੀ ਨੇ ਜਿਹੜਾ ਸਭ ਤੋਂ ਜ਼ਿਆਦਾ ਗੱਲ ਕੀਤੀ, ਨੰਬਰ 1 ਟੋਟਲ ਲੀਡਰਸ਼ਿਪ ਤਬਦੀਲੀ ਚਾਹੀਦੀ ਹੈ। ਕਿਸੇ ਦਾ ਨਾਂ ਨਹੀਂ ਸੀ, ਐ ਨਹੀਂ ਸੀ ਕਿ ਵੱਡਾ ਪ੍ਰਧਾਨ, ਛੋਟਾ ਪ੍ਰਧਾਨ, ਕੋਰ ਕਮੇਟੀ ਫਲਾਨਾ।
ਔਰ ਉਹਨਾਂ ਦਾ ਜਿਹੜਾ ਤੱਤ ਸਾਰ ਸੀ, ਜਿੰਨੀ ਕੁ ਕਮੇਟੀ ਦੇ ਮੈਂਬਰਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਜਾਂ ਕੀ ਕਹਿੰਦੇ ਨੇ ਲੋਕਾਂ ਦਾ, ਜਿਹੜੇ ਵਰਕਰਾਂ ਨੂੰ 100 ਤੋਂ ਵੱਧ ਹਲਕੇ ਦੇ ਵਿੱਚ ਗਏ ਸੀ, ਸਾਰੇ ਵਰਕਰਾਂ ਦੀ ਗੱਲ ਪੁੱਛੀ। ਇਹ ਆਲੀ ਨੇ ਤਾਂ ਔਨ ਰਿਕਾਰਡ ਉੱਪਰੋਂ ਕਿਹਾ ਕਿ ਮਤਲਬ ਟੀਵੀ ਤੇ ਵੀ ਕਿਹਾ ਸੀ ਇੱਕ ਵਾਰ ਕਿ ਉਹ ਸਾਨੂੰ ਵਰਕਰ ਉਲਟਾ ਕਹਿ ਰਹੇ ਸੀ ਵੀ ਤੁਸੀਂ ਬਾਦਲਾਂ ਦੇ ਪਾਲਤੂ ਆ ਕੇ ਤੁਸੀਂ ਕਿਹੜਾ ਉੱਥੇ ਜਾ ਕੇ ਗੱਲ ਦੱਸਣੀ ਹੈ, ਸਾਡਾ ਐਵੇਂ ਐਕਸਪੋਜ਼ ਕਰੋਗੇ, ਸਾਡਾ ਵੱਧ ਤੋਂ ਵੱਧ ਜਾ ਕੇ ਹੋਰ ਕੀ ਕਰੋਗੇ ਤੁਸੀਂ। ਪਰ ਅਸੀਂ ਇਮਾਨਦਾਰੀ ਨਾਲ ਉਹਨਾਂ ਨੂੰ ਕਿਹਾ ਸੀ ਜੋ ਤੁਸੀਂ ਕਹੋਗੇ ਅਸੀਂ ਉਵੇਂ ਰਿਪੋਰਟ ਲਿਖਾਂਗੇ, ਅਤੇ ਉਵੇਂ ਰਿਪੋਰਟ ਲਿਖੀ ਹੈ। ਅਤੇ ਉਹਨਾਂ ਨੇ ਜਿਹੜੀ ਰਿਪੋਰਟ ਸਾਂਝੀ ਲਿਖੀ ਹੋਈ ਹੈ ਉਹ ਸਾਰੀ ਲੀਡਰਸ਼ਿਪ ਸੀਨੀਅਰ ਤਬਦੀਲ ਕਰਨ ਦਾ ਸਵਾਲ ਹੈ। ਉਹ ਲੀਡਰਸ਼ਿਪ ਦੇ ਵਿੱਚ ਪ੍ਰਧਾਨ ਵੀ ਆਉਂਦਾ, ਉਸ ਲੀਡਰਸ਼ਿਪ ਦੇ ਵਿੱਚ ਜਿਹੜੇ ਹੁਣ ਤੱਕ ਮੀਤ ਪ੍ਰਧਾਨ, ਅਕਾਲੀ ਦਲ ਦੇ ਜਨ ਸੈਕਟਰੀ, ਕੋਰ ਕਮੇਟੀ ਜਿਹੜੀ ਸੋ ਕਾਲਡ ਫੈਸਲੇ ਸਾਰਿਆਂ ਤੋਂ ਵੱਧ ਕਰਦੀ ਰਹੀ, ਜਿਹੜੇ ਵੀ ਕਹਿੰਦੇ ਨੇ, ਤਾਂ ਉਹਨਾਂ ਦੀ ਤਬਦੀਲੀ ਵੀ ਆਉਂਦੀ ਹੈ। ਉਹਨਾਂ ਦੀ ਸਭ ਦੀ ਤਬਦੀਲੀ ਦਾ ਅਜੇ ਕੋਈ ਜ਼ਿਕਰ ਹੈ ਨਹੀਂ ਹੈ। ਦੂਜੀ ਗੱਲ ਜਿਹੜੀ ਬਹੁਤ ਵੱਡੀ ਗੱਲ ਸੀ, ਸਾਰਿਆਂ ਨੇ ਹੇਠਾਂ ਕਿਹਾ ਕਿ ਪੰਜਾਬ ਦੇ ਉਹ ਲੋਕ ਪੰਥਕ ਪਾਰਟੀ ਨਾਲ ਨਾਰਾਜ਼ ਕਿਉਂ ਨੇ ਜਾਂ ਉਹਨੂੰ ਹੇਠ ਕਿਉਂ ਕਰਨ ਲੱਗੇ, ਜਿਹਦੀ ਉਹ ਸਭ ਤੋਂ ਪਿਆਰੀ ਪਾਰਟੀ ਸੀ। ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ, ਜਿਸ ਢੰਗ ਨਾਲ ਟੈਕਲ ਕੀਤਾ ਔਰ ਉਹ ਨਹੀਂ ਟੈਕਲ ਹੋਇਆ, ਉਹ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਅਕਾਲੀ ਦਲ ਦੇ ਖਿਲਾਫ ਇੱਕ ਰਾਏ ਹੈ। ਉਹਦੇ ਵਿੱਚ ਇੱਕ ਇਹ ਸਿਫਾਰਿਸ਼ ਸੀਗੀ ਕਿ ਸਾਰਾ ਅਕਾਲੀ ਦਲ ਜਾ ਕੇ ਸੱਚੇ ਮਨ ਨਾਲ ਪਛਤਾਤਾਪ ਕਰੇ ਅਤੇ ਨਤਮਸਤਕ ਹੋਵੇ ਅਕਾਲ ਤਖਤ 'ਤੇ, ਪੰਜਾਬ ਦੇ ਲੋਕਾਂ ਤੋਂ ਮਾफ़ੀ ਮੰਗੇ ਕਿ ਸਾਡੇ ਤੋਂ ਕਮਜ਼ੋਰੀਆਂ ਰਹੀਆਂ ਨੇ, ਅਸੀਂ ਇਹ ਨਹੀਂ ਪੂਰਾ ਕਰ ਸਕੇ। ਉਹ ਵੀ ਅੱਜ ਹਜੇ ਤੱਕ ਤਾਂ ਨਹੀਂ ਐਲਾਨ ਹੋਇਆ। ਮਤਲਬ ਵੀ ਕੋਈ ਮਾफ़ੀ ਮੰਗਣਾ ਇਹ ਬਹੁਤ ਬੜਾ ਔਖਾ ਜਿਹਾ ਕੰਮ ਹੈ, ਜਿਹੜਾ ਸਭ ਲਈ, ਮਤਲਬ ਕਿਸੇ ਨੂੰ ਗਾਲ ਕੱਢਣੀ, ਕਿਸੇ ਨੂੰ ਕੁਝ ਕਰਨਾ, ਉਹ ਥੋੜ੍ਹਾ ਜਿਹਾ ਉਸ ਲੈਵਲ ਦੀ ਗੱਲ ਹੈ। ਪਰ ਅੱਜ ਜਿਹੜਾ ਨੈਰੇਟਿਵ ਸਿਰਜਿਆ ਗਿਆ, ਸੁਖਬੀਰ ਸਿੰਘ ਬਾਦਲ ਨੇ ਅੱਜ ਗੱਲ ਕੀਤੀ ਹੈ, ਉਹਨੇ ਮਾफ़ੀ ਵਾਲੇ ਪਾਸੇ ਨਹੀਂ ਲਗਾਏ ਵੀ ਜੋ ਗੱਲ, ਉਹਨੇ ਬਾਰ-ਬਾਰ ਇਹ ਕਿਹਾ ਕਿ ਜਿਹੜੀਆਂ ਗਲਤ ਫਹਿਮੀਆਂ ਸ਼੍ਰੋਮਣੀ ਅਕਾਲੀ ਦਲ ਬਾਰੇ ਵਿਰੋਧੀਆਂ ਨੇ ਫੈਲਾਈਆਂ ਨੇ, ਇਹਨਾਂ ਚੀਜ਼ਾਂ ਨਾਲ ਉਹ ਦੂਰ ਹੋ ਜਾਣਗੀਆਂ। ਕੀ ਹੁਣ ਅਜੇ ਤੱਕ ਵੀ ਅਕਾਲੀ ਦਲ ਦੀ ਮੇਨ ਟੀਮ ਇਹ ਸੋਚ ਰਹੀ ਹੈ ਕਿ ਉਹ ਗਲਤ ਫਹਿਮੀਆਂ ਨੇ, ਜਾਂ ਉਹਦੇ 'ਚ ਕੋਈ ਸਬਸਟਾਂਸ ਹੈ, ਉਹਦੇ 'ਚ ਕੋਈ ਹਕੀਕਤ ਵੀ ਨੇੜੇ ਹੈ? ਇਸ ਗੱਲ 'ਚ ਤਾਂ ਕੋਈ ਦੋ ਰਾਮਾ ਨਹੀਂ ਕਿ ਜੇ ਬਾਈਬਲ ਕਲਾਂ ਅਤੇ ਉਦੋਂ ਬਾਅਦ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਸਵਾਲ ਹੈ, ਜੇਕਰ ਤੁਸੀਂ ਡਾਇਰੈਕਟਲੀ ਨਾ ਵੀ ਸ਼ਾਮਲ, ਤੁਸੀਂ ਆਰਡਰ ਨਾ ਦਿੱਤਾ ਹੋਵੇ ਜਾਂ ਬਾਕੀ ਦੇ, ਹੈ ਤਾਂ ਤੁਹਾਡੀ ਸਰਕਾਰ 'ਚ ਹੋਇਆ। ਉਸ ਸਰਕਾਰ ਦੇ ਦੌਰਾਨ ਦੋਸ਼ੀ ਫੜੇ ਕਿਉਂ ਨਹੀਂ ਗਏ, ਬਾਕੀ ਚੀਜ਼ਾਂ ਕਿਉਂ ਨਹੀਂ ਹੋਈਆਂ? ਉਹ ਅਸਫਲਤਾ ਤਾਂ ਸਭ ਨੂੰ ਦਿਖਾਈ ਦੇ ਰਹੀ ਹੈ। ਔਰ ਫਿਰ ਇਹ ਅਸਫਲਤਾ ਦਿਖਾਈ ਦੇ ਰਹੀ ਹੈ ਪੁਰਾਣੀਆਂ ਗੱਲਾਂ ਦੇ ਵਿੱਚ ਕਿ ਜਦੋਂ ਤੁਸੀਂ ਡੇਰਾ ਮੁਖੀ ਨੂੰ ਮਾਫ਼ੀ ਦੇ ਲਈ ਜਥੇਦਾਰ ਤਖਤਾਂ ਦਿਆਂ ਨੂੰ ਚੀਫ ਮਿਨਿਸਟਰ ਦੇ ਘਰ ਬੁਲਾ ਕੇ ਤੁਸੀਂ ਟਰਾਈ ਕਰਦੇ ਹੋ, ਅਤੇ ਜਦੋਂ ਤੁਸੀਂ ਫਿਰ ਇੱਕ ਮਾਫ਼ੀ ਦਵਾ ਵੀ ਦਿੰਦੇ ਹੋ, ਸ਼੍ਰੋਮਣੀ ਕਮੇਟੀ ਵੱਡੇ ਵੱਡੇ ਇਸ਼ਤਿਹਾਰ ਦੇ ਦਿੰਦੀ ਹੈ, ਅਤੇ ਉਹ ਇਸ਼ਤਿਹਾਰਾਂ ਦੇ ਕਰੋੜਾਂ ਰੁਪਏ ਖਰਚ ਹੁੰਦੇ ਨੇ, ਲੋਕਾਂ ਦੀ ਸੰਗਤ ਦਾ ਰੌਂ ਉਦੋਂ ਉਲਟ ਹੋ ਜਾਂਦਾ ਹੈ, ਫਿਰ ਮੁੜ ਕੇ ਤੁਸੀਂ ਉਹ ਮਾਫ਼ੀ ਵਾਪਸ ਲੈ ਲੈਂਦੇ ਹੋ। ਇਹ ਇੱਕ ਫੈਲਾਈ ਗਈ ਗਲਤਫਹਿਮੀ ਤਾਂ ਨਹੀਂ ਨਾ? ਇਹਨੂੰ ਵੀ ਤਾਂ ਦੇਖਣ ਦਾ ਜਿਹੜਾ ਇੱਕ ਸਵਾਲ ਹੈ। ਰਿਕਾਰਡ 'ਚ ਆ ਚੁੱਕੀਆਂ ਚੀਜ਼ਾਂ ਨੇ, ਇਤਿਹਾਸਕ ਰਿਕਾਰਡ ਦੇ ਵਿੱਚ, ਉਹ ਚੀਜ਼ ਅਜੇ ਤੱਕ ਨਹੀਂ ਹੈ। ਤੀਜੀ ਗੱਲ ਇੱਕ ਇਹ ਹੈ ਕਿ ਤੁਸੀਂ ਆਪਦੇ ਵਾਲੀਆਂ ਇਸ ਗੱਲ ਕਰਕੇ ਕਰ ਲਈਆਂ ਕਿ ਜਿੰਨੀਆਂ ਬਾਕੀ ਗੱਲਾਂ ਕਰ ਰਹੇ ਹੋ ਉਹ ਅੱਜ ਤੋਂ ਲਾਗੂ ਕਰ ਰਹੇ ਹੋ। ਟਿਕਟ ਇੱਕੋ ਮਿਲੇਗੀ, ਜ਼ਿਲ੍ਹਾ ਪ੍ਰਧਾਨ ਜਿਹੜਾ ਹੋਊਗਾ ਉਹਨੂੰ ਛੱਡ ਕੇ ਲੜਨਾ ਪਏਗਾ ਬਾਕੀ ਸਾਰੀਆਂ, ਅਤੇ ਜਿਹੜੇ ਤੁਸੀਂ ਮੇਨ ਪ੍ਰਧਾਨ ਬੈਠੇ ਹੋ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਪ੍ਰੋਸਪੈਕਟਿਵਲੀ ਮਤਲਬ ਲਾਗੂ ਕਰਾਂਗੇ, ਰੈਟਰੋਸਪੈਕਟਿਵਲੀ ਪੁਰਾਣੇ ਸਮੇਂ ਤੋਂ ਲਾਗੂ ਨਹੀਂ ਕਰਾਂਗੇ। ਮੰਨ ਲਓ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਬਣੇ ਪਾਰਟੀ ਦੇ 2008 'ਚ ਬਣੇ, 2008 ਤੋਂ ਲੈ ਕੇ ਹੁਣ ਕਿੰਨੀ ਹੋ ਗਈ ਹੈ? 22 ਹੋ ਗਈ। ਕਿੰਨੇ ਸਾਲ ਹੋ ਗਏ? 14 ਸਾਲ ਹੋ ਗਏ। ਅਤੇ ਤੁਸੀਂ ਤਾਂ 2 ਟਰਮਾਂ ਰਹਿ ਗਏ ਹੋ ਜੇ ਸਬਸਤਾ ਦੇ ਨਾਲ ਗੱਲ ਹੈ। ਇਸੇ ਤਰ੍ਹਾਂ ਜਿਹੜੇ ਕੋਰ ਕਮੇਟੀ ਮੈਂਬਰ ਨੇ, ਜਿਹੜੇ ਸੀਨੀਅਰ, ਕੋਈ ਜਨ ਸੈਕਟਰੀ ਰਿਹਾ, ਕੋਈ ਫਲਾਨਾ, ਉਹ ਵੀ ਉਦੋਂ ਤੋਂ ਹੀ ਚਲੇ ਆ ਰਹੇ ਨੇ, ਉਹ ਵੀ ਤਾਂ ਰਹਿ ਗਏ। ਜਿਹੜੀ ਉੱਪਰਲੀ ਟੀਮ ਹੈ, ਮਤਲਬ ਉਹ ਇਦੋਂ ਅੱਗੇ 10 ਸਾਲ ਹੋਰ ਰਹੂਗੀ। ਉਹਨਾਂ ਨੇ ਆਪਣਾ ਸਿਸਟਮ ਐਂ ਬਣਾ ਲਿਆ ਵੀ ਇਹਦੇ 'ਚ ਤਬਦੀਲੀ ਨਹੀਂ, ਇਹ ਅੱਗੇ ਨੂੰ ਆਪਾਂ ਚਾਲੂ ਰੱਖਾਂਗੇ, ਪੁਰਾਣਿਆਂ ਤੋਂ ਸੋਧ ਨਵੇਂ ਸਿਰਿਓਂ ਹਜੇ ਤੱਕ ਕਰ ਦਿੰਦੇ ਹਾਂ। ਇਹਦੇ 'ਤੇ ਹੁਣ ਲੋਕਾਂ ਦੀ ਸੰਤੁਸ਼ਟੀ ਜਾਂ ਬਾਕੀ ਦੀ ਕੀ ਇੰਨੇ ਨਾਲ ਸੰਤੁਸ਼ਟੀ ਹੋ ਜਾਂਦੀ ਹੈ ਕਿ ਚਲੋ ਕੁਝ ਤਾਂ ਕੀਤਾ ਨਾ ਨਾਲ। ਇੱਕ ਵੀ ਤਰੀਕਾ ਹੁੰਦਾ ਨਾ ਵੀ ਇਕੱਠੇ ਦੇ ਨਾਲੋਂ ਯਾਰ ਇੰਨਾ ਕੀਤਾ, ਇੰਨਾ ਬਹੁਤ ਹੈ। ਇਹਦੇ 'ਤੇ ਹੁਣ ਝੁੰਦਾ ਜਿਹੜੇ ਆਵਾਜ਼ ਉਠਾਉਣ ਵਾਲੇ ਗਰੁੱਪ ਨੇ, ਚਾਹੇ ਉਹ ਮਨਪ੍ਰੀਤ ਆਲੀ ਹੈ, ਚਾਹੇ ਉਹ ਝੁੰਦਾ ਕਮੇਟੀ ਦੀ ਟੋਟਲ ਟੀਮ ਹੈ ਜਿਹੜੀ 13 ਮੈਂਬਰੀ ਸੀ, ਬੇਸ਼ੱਕ ਉਹ ਜਿਹੜੇ ਦੂਜੇ ਬੰਦੇ ਚੰਦੂ ਮਾਜਰੇ, ਉਹਨਾਂ ਨੇ ਜਿਹੜਾ ਪਾਰਟੀ ਦੇ ਅੰਦਰ ਵੀ ਸਟੈਂਡ ਲਿਆ ਸੀ ਕਿ ਫਾਰ ਦੀ ਟਾਈਮ ਬਿੰਗ ਜਿੰਨਾ ਚਿਰ ਇਹ ਪ੍ਰੋਸੈਸ ਚੱਲਦੇ ਨੇ ਉਨਾ ਚਿਰ ਇੱਕ ਪ੍ਰੈਜ਼ੀਡੀਅਮ ਬਣਾ ਦਿਓ, ਅਤੇ ਉਹ ਪ੍ਰੈਜ਼ੀਡੀਅਮ ਦੀ ਅਗਵਾਈ ਦੇ ਵਿੱਚ ਇਹ ਪ੍ਰੋਸੈਸ ਮੁਕੰਮਲ ਹੋਵੇ। ਫਿਰ ਡੈਲੀਗੇਟ ਚੁਣ ਲੈਣ ਜਿਹਨੂੰ ਪ੍ਰਧਾਨ ਚੁਣਦੇ ਨੇ। ਕੀ ਇਹ ਪ੍ਰਧਾਨ ਜੀ ਦੀ ਛਤਰ ਛਾਇਆ ਹੇਠ ਹੀ ਰਹੇਗਾ ਜਾਂ ਪ੍ਰੈਜ਼ੀਡੀਅਮ ਬਣੂਗੀ?
ਜਾਂ ਹੁਣ ਉਹ ਬੰਦੇ ਵੀ ਸੈਟੀਸਫਾਈ ਹੋ ਜਾਣਗੇ ਵੀ ਚਲੋ ਛੱਡੋ ਪਰ ਆਪਾਂ ਪ੍ਰੈਜ਼ੀਡੀਅਮ ਦਾ ਮੁੱਦਾ ਛੱਡ ਦਿੰਦੇ ਆ, ਹੁਣ ਨਹੀਂ ਬਣਾਉਂਦੇ। ਇਹ ਸਵਾਲ ਕਾਫੀ ਵੱਡੇ ਸਵਾਲ ਅਜੇ ਵੀ ਉਸ ਪੱਧਰ ਦੇ ਉੱਤੇ ਖੜੇ ਹੋਏ ਨੇ, ਔਰ ਇਹਦੇ ਨਾਲ ਹੋਰ ਚੀਜ਼ਾਂ ਵੀ ਜੁੜੀਆਂ ਹੋਈਆਂ ਨੇ। ਅਜੇ ਤੱਕ ਪ੍ਰਧਾਨ ਜੀ ਨੇ ਅਨਾਉਂਸ ਨਹੀਂ ਕੀਤਾ, ਐਸੇ ਨਵੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਆ ਰਹੀ ਹੈ। ਉਸੇ ਝੁੰਦਾ ਕਮੇਟੀ ਨੇ ਇਹ ਵੀ ਕਿਹਾ ਹੋਇਆ ਕਿ ਪਾਰਟੀ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਇਸੇ ਤਰ੍ਹਾਂ ਹੋਰ ਅਹੁਦੇਦਾਰ ਉਹ ਪਾਰਟੀ ਪ੍ਰਧਾਨ ਦੇ ਲਿਫਾਫੇ ਚੋਂ ਨਹੀਂ ਨਿਕਲਣੇ ਚਾਹੀਦੇ, ਉਹਨਾਂ ਦੀ ਰੀਅਲ ਸੈਂਸ 'ਚ ਚੋਣ ਹੋਣੀ ਚਾਹੀਦੀ ਹੈ। ਅੱਜ ਦੇ ਦਿਨ ਕੁਛ ਨਹੀਂ ਇਹ 'ਤੇ ਕਿਹਾ ਗਿਆ ਕਿ ਇਹ ਨਵੰਬਰ ਦੇ ਵਿੱਚ ਅਜੇ ਵੀ ਲਿਫਾਫੇ ਚੋਂ ਨਿਕਲੇਗੀ ਜਾਂ ਉਹ ਚੋਣ ਹੋਏਗੀ। ਆਪਣੇ ਮੈਂਬਰਾਂ 'ਚੋਂ ਕਰਨੀ ਆ ਅਕਾਲੀ ਦਲ ਨੇ, ਕਿ ਉਹ ਮੈਂਬਰਾਂ ਨੂੰ ਉਹ ਹੱਕ ਦੇਣਗੇ ਇਸ ਨਵੰਬਰ ਦੇ ਵਿੱਚ ਵੀ ਚੋਣ ਆਪਣੀ ਚੋਣ ਕਰਨ ਦਾ ਜਾਂ ਨਹੀਂ, ਇਹ ਸਵਾਲ ਵੀ ਅਜੇ ਖੜਾ ਹੋਇਆ ਉਸ ਸਾਰੇ ਮਾਮਲੇ ਦੇ ਵਿੱਚ। ਇਸ ਕਰਕੇ ਇਹ ਜਿਹੜੇ ਮੁੱਦੇ ਨੇ ਹਜੇ, ਕਿਉਂਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਨੇੜਲਾ ਰਿਸ਼ਤਾ ਹੈ, ਅਤੇ ਲੋਕ ਕਹਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਜਥੇਦਾਰ ਸਾਹਿਬਾਨ ਅਤੇ ਚੀਫ ਮਿਨਿਸਟਰ ਅਤੇ ਪਾਰਟੀ ਦਾ ਪ੍ਰਧਾਨ, ਇਹ ਸਾਰੇ ਇੱਕ ਪਰਿਵਾਰ ਕੋਲ ਨੇ ਪ੍ਰੈਕਟੀਕਲੀ, ਜੋ ਵੀ ਕਹਿੰਦਾ। ਇਹੀ ਸਭ ਤੋਂ ਬੜਾ ਕੁਐਸਚਨ ਮਾਰਕ ਉਹਦੇ 'ਤੇ ਹੈ। ਅੱਜ ਵੀ ਕੁਝ ਨੁਕਤੇ ਇਹ ਜਿਹੜੇ ਉਹ ਇਹਦੇ ਇਰਦ ਗਿਰਦ ਹੀ ਘੁੰਮਦੇ ਨੇ, ਉਹਦੇ ਤੋਂ ਅਜੇ ਬਹੁਤਾ ਵੱਡਾ ਬਾਹਰ ਨਹੀਂ ਗਿਆ। ਪਰ ਫਿਰ ਵੀ ਜਿੰਨੇ ਹੁਣ ਵੀ ਬੋਲੇ ਨੇ, ਜੇ ਇਹ ਗੱਲਾਂ ਵੀ ਇਮਾਨਦਾਰੀ ਨਾਲ ਲਾਗੂ ਜਾਣ, ਇੱਕ ਫਰਕ ਇਹਦੇ ਨਾਲ ਵੀ ਪਊਗਾ। ਇਹ ਲੋਕਾਂ ਦੀ ਨਾਰਾਜ਼ਗੀ ਪੂਰੀ ਦੂਰ ਕਰਦੇ ਨਹੀਂ ਕਰਦੇ, ਉਹ ਤਾਂ ਅਜੇ ਦੂਰ ਦੀ ਗੱਲ ਹੈ, ਪਤਾ ਨਹੀਂ ਲੋਕਾਂ ਦਾ ਮੰਗੂੜ ਕੀ ਹੋਏਗਾ। ਪਰ ਨਾਲੋਂ ਇਹਦੇ ਨਾਲ ਵੀ ਸੁਧਾਰ ਇੱਕ ਲੈਵਲ 'ਤੇ ਪਾਰਟੀਆਂ ਦੇ ਅੰਦਰ ਜਮਹੂਰੀਅਤ ਆਏਗੀ। ਇਹ ਸਾਰੀਆਂ ਪਾਰਟੀਆਂ ਦੇ ਅੰਦਰ ਹੁਣ ਪ੍ਰੋਬਲਮ ਹੈ। ਕਾਂਗਰਸ ਨੂੰ ਵੀ ਚੋਣਾਂ ਕਰਾਉਣੀਆਂ ਪੈ ਰਹੀਆਂ ਨੇ, ਪ੍ਰੈਸ਼ਰ 'ਚ ਨਹੀਂ ਉਹ ਟੁੱਟ ਰਹੀ ਹੈ, ਅਤੇ ਅਕਾਲੀ ਦਲ ਨੂੰ ਵੀ ਅੰਦਰ ਜਮਹੂਰੀਅਤ, ਅਤੇ ਓਵਰਆਲ ਸਾਰੀਆਂ ਪਾਰਟੀਆਂ ਦੇ ਸਾਹਮਣੇ ਇੱਕ ਵਰਤਾਰਾ ਜਿਹੜਾ ਚੱਲੇਗਾ, ਇੱਕ ਵਰਤਾਤ ਸਿਰਜਿਆ ਗਿਆ। ਮੈਨੂੰ ਲੱਗਦਾ ਡੈਮੋਕ੍ਰੇਸੀ ਲਈ ਇੱਕ ਚੰਗਾ ਕਦਮ ਹੈ। ਚੰਗਾ ਕਦਮ ਹੈ, ਕਿ ਜਿਹੜੀ ਇੱਕ ਪਹਿਲਾਂ ਅੱਖਾਂ ਬੰਦ ਕਰਕੇ ਪਾਰਟੀ ਦੇ ਨਾਲ ਲੋਕ ਹਮੀਰ ਜੀ ਜੁੜੇ ਹੁੰਦੇ ਸੀਗੇ, ਚਾਹੇ ਉਹ ਕਮਿਊਨਿਸਟਾਂ ਦੇ ਸੀ, ਚਾਹੇ ਅਕਾਲੀ ਹੈ, ਚਾਹੇ ਕਾਂਗਰਸ ਹੈ। ਹੁਣ ਬੱਚੇ ਪੜ੍ਹੇ ਲਿਖੇ ਆ ਗਏ ਆ, ਉਹ ਨਹੀਂ ਚਾਹੁੰਦੇ ਕਿ ਇੱਕ ਪੁਸ਼ਤ ਚੱਲਦੀ ਰਹੇ ਹੈ ਵੀ ਦੂਜਿਆਂ ਨੂੰ ਮੌਕਾ ਮਿਲੇ, ਉਹਨਾਂ ਦੀ ਸੋਚ ਵੱਖਰੀ ਹੈ। ਇਹ ਸਾਰਾ ਸਿਸਟਮ ਵਿੱਚ ਇਨਵੋਲਵ ਹੋ ਗਿਆ, ਪਰ ਉਹ ਪਾਰਟੀਆਂ ਸਮਝ ਨਹੀਂ ਰਹੀਆਂ ਇਸ ਗੱਲ ਨੂੰ। ਅਤੇ ਲੱਗਦੇ ਹਾਲ ਇੱਕ ਆਪਾਂ ਗੱਲ ਕਰੀਏ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਅੰਮ੍ਰਿਤਸਰ ਇਜਲਾਸ ਹੋਇਆ, ਇਹ ਕਾਹਦੇ ਵਾਸਤੇ ਕੀਤਾ ਗਿਆ ਜੀ? ਇਹ ਪਹਿਲੀ ਵਾਰ ਕੀਤਾ। ਲੋਕ ਵੀ ਇਹ ਕਹਿੰਦੇ ਨੇ ਕਿ ਬਹੁਤ ਬੜੇ ਬੜੇ ਸਾਕੇ ਹੋ ਗਏ, ਸ਼੍ਰੋਮਣੀ ਕਮੇਟੀ ਨੇ ਸਪੈਸ਼ਲ ਇਜਲਾਸ ਕਦੇ ਨਹੀਂ ਬੁਲਾਏ ਵੀ ਜਿਹਦੇ ਕਰਕੇ ਐਵੇਂ ਕੋਈ ਸਪੈਸ਼ਲ ਮੰਨਦੇ ਨੇ। ਔਰ ਉਹ ਵੀ ਇਹੀ ਕਹਿੰਦੇ ਨੇ ਵੀ ਇਹ ਤਾਂ ਅਕਾਲੀ ਦਲ ਦਾ ਹੀ ਅਸਲ 'ਚ ਇੱਕ ਫੰਡ ਹੈ ਕਿ ਉਹਨੂੰ ਰਿਵਾਈਵ ਕੀਤਾ ਜਾਏ ਜਾਂ ਇਸ ਲੈਵਲ ਦਾ। ਪਰ ਉਹ ਬੁਲਾਇਆ ਗਿਆ ਸੀ ਬੰਦੀ ਸਿੰਘਾਂ ਬਾਰੇ, ਕਿਉਂਕਿ ਬੰਦੀ ਸਿੰਘਾਂ ਬਾਰੇ ਇੱਕ ਕਮੇਟੀ ਜਥੇਦਾਰ ਅਕਾਲ ਤਖਤ ਦੇ ਮਤਲਬ ਹੁਕਮ ਅਨੁਸਾਰ ਕਹੋ, ਆਦੇਸ਼ ਅਨੁਸਾਰ ਕਹੋ, ਪਹਿਲਾਂ ਹੀ ਬਣ ਗਈ ਸੀ 11 ਮੈਂਬਰੀ। ਅਤੇ ਉਹ ਕਮੇਟੀ ਨੇ ਐਫਰਟ ਕੀਤਾ ਸੀ ਕਿ ਅਸੀਂ ਗ੍ਰਹਿ ਮੰਤਰੀ ਨੂੰ ਮਿਲਾਂਗੇ, ਅਸੀਂ ਦਿੱਲੀ ਦੇ ਚੀਫ ਮਿਨਿਸਟਰ ਨੂੰ ਮਿਲਾਂਗੇ, ਅਸੀਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਮਿਲਾਂਗੇ, ਅਸੀਂ ਪ੍ਰਧਾਨ ਮੰਤਰੀ ਨੂੰ ਮਿਲਾਂਗੇ, ਜਿੱਥੇ ਜਿੱਥੇ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਬੰਦੇ ਹੈਗੇ ਨੇ। ਜਿਵੇਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਸਤੇ ਉਹ ਦਿੱਲੀ ਦੀ ਸਰਕਾਰ ਨੇ ਫੈਸਲਾ ਕਰਨਾ, ਇੱਕ ਗੁਰਮੇਲ ਸਿੰਘ ਖਹਿਰਾ ਕਰਨਾਟਕ ਦੇ ਵਿੱਚ ਨੇ, ਉਹਨਾਂ ਦੀ ਗੱਲ ਹੈ, ਅਤੇ ਬਾਕੀ ਦਿੱਲੀ ਦੀ ਓਵਰਆਲ ਗੌਰਮੈਂਟ ਆਫ ਇੰਡੀਆ ਦਾ ਜਿਹੜਾ ਸਵਾਲ ਹੈ। ਹੁਣ ਕੱਲ੍ਹ ਸਖਾਵਤ ਉਹਨਾਂ ਨੇ ਕਹਿਤਾ ਵੀ ਸਾਨੂੰ ਤਾਂ ਕਦੇ ਲਿਸਟ ਹੀ ਨਹੀਂ ਦਿੱਤੀ ਉਹਨਾਂ ਨੇ। ਪਰ ਉਹ ਉਹਨਾਂ ਦਾ ਇਹ ਕਹਿਣਾ ਵਾਜਬ ਹੈ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਨੇ, ਕਿ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ 'ਤੇ 2019 'ਚ ਹੀ ਇੱਕ ਗੱਲ ਕਹੀ ਸੀ ਕਿ ਆਹ 8 ਤਾਂ ਅਸੀਂ ਰਿਹਾ ਕਰਾਂਗੇ। ਉਹ 8 ਤਾਂ ਕਰ ਦਿਓ ਜਿਨ੍ਹਾਂ ਦੀ ਸੂਚੀ ਹੈ, ਉਹ 8 ਤੇ ਕਿਉਂ ਨਹੀਂ ਹੈ? ਉਹ 'ਚ ਦਵਿੰਦਰਪਾਲ ਭੁੱਲਰ ਵੀ ਨੇ, ਰਾਜੋਆਣੇ ਦਾ ਕੀ ਮਾਮਲਾ, ਉਹ ਵੀ ਸਾਰੇ ਬਹੁਤ ਹੋਰ ਬੰਦੇ ਨੇ। ਅੱਜ ਵੀ ਉਹਨਾਂ ਨੇ 9 ਬੰਦਿਆਂ ਦੀ ਗੱਲ ਕੀਤੀ ਹੈ ਕਿ ਆਹ ਸਾਰੇ 9 ਬੰਦੇ ਜਿਹੜੇ ਕੋਈ 27 ਸਾਲ ਜੇਲ੍ਹ ਰਹਿ ਚੁੱਕਿਆ, ਕੋਈ 32 ਸਾਲ ਜੇਲ੍ਹ ਰਹਿ ਚੁੱਕਿਆ, ਕੋਈ ਕਿੰਨਾ ਸਮਾਂ। ਅਤੇ ਉਸੇ ਲਈ ਉਹਨਾਂ ਨੇ ਮਤੇ ਵੀ ਪਾਸ ਕੀਤੇ ਨੇ ਕਿ 2 ਕਾਨੂੰਨ ਨਹੀਂ ਦੇਸ਼ 'ਚ ਹੋਣੇ ਚਾਹੀਦੇ। ਹਾਲਾਂਕਿ ਇਹ ਨਹੀਂ ਮੈਨੂੰ ਸਮਝ ਆਈ ਕਿ ਝਿਜਕ ਕਿਉਂ ਹੈ। ਜਿਹੜਾ ਬਿਲਕਿਸ ਬਾਨੋ ਦਾ ਕੇਸ ਹੈ, ਮਤਲਬ ਸਾਡੇ ਸ਼੍ਰੋਮਣੀ ਕਮੇਟੀ ਅਤੇ ਬਾਕੀ ਉਹਦੇ 'ਤੇ ਸਟੈਂਡ ਇਸ ਲੈਵਲ 'ਤੇ ਕਿਉਂ ਨਹੀਂ ਰਹਿੰਦੇ? ਉਹ ਕੰਪੈਰੀਜ਼ਨ ਕਿਉਂ ਨਹੀਂ ਕਰਦੇ ਵੀ ਇੱਕ ਜਬਰ ਜਨਾਹ ਵਾਲੇ ਬੰਦੇ ਤਾਂ ਤੁਸੀਂ ਰਿਹਾ ਕਰ ਸਕਦੇ ਹੋ ਚੰਗੇ ਆਚਰਨ ਜਾਂ ਬਾਕੀ ਦੇ ਮਾਮਲੇ 'ਚ, ਅਤੇ ਬੰਦੇ ਕਿਉਂ ਨਹੀਂ ਬਾਕੀ ਦੇ ਬੰਦੇ ਜਿਹੜੇ ਰਿਹਾ ਉਸ ਲੈਵਲ 'ਤੇ ਕੀਤੇ ਜਾ ਸਕਦੇ? ਅਤੇ ਹੁਣ ਤੱਕ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਨੂੰ, ਦਿੱਲੀ ਦੇ ਚੀਫ ਮਿਨਿਸਟਰ ਨੂੰ ਮਿਲਿਆ ਨਹੀਂ ਗਿਆ। ਕਿਉਂ? ਪਿੱਛੇ ਜੇ ਇੱਕ ਵਫਦ ਗਿਆ ਸੀ ਕੇਜਰੀਵਾਲ ਨੂੰ ਮਿਲਣ, ਔਰ ਸਭ ਦੇ ਯਾਦ ਹੋਣਾ ਇਹ ਕਿ ਉਦੋਂ ਜਥੇਦਾਰ ਅਕਾਲ ਤਖਤ ਨੇ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ ਕਿਹਾ ਸੀ, ਬਲਕਿ ਜਾਤੀ ਸੂਚਕ ਸ਼ਬਦ ਵੀ ਕਹਿਤਾ ਸੀ, ਲਾਲੇ ਨੇ ਐ ਨਹੀਂ ਕੀਤਾ ਵੀ ਮੁੜ ਕੇ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਹੈ, ਤੁਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰੋ, ਬੋਰਡ ਲਵਾਓ, ਆਲੇ ਦੁਆਲੇ ਲਵਾਓ, ਇੱਕ ਮਾਹੌਲ ਕ੍ਰੀਏਟ ਕਰ ਦਿਓ ਦੇਸ਼ ਤੇ ਵਿਦੇਸ਼ ਦੇ ਵਿੱਚ, ਸਾਨੂੰ ਇਹਨਾਂ ਕੋਲ ਖਰਾਤ ਨਹੀਂ ਮੰਗਣ ਜਾਣਾ ਸੀ। ਜੇ ਜਥੇਦਾਰ ਸਾਹਿਬ ਹੁਣ ਇਹ ਆਰਡਰ ਕਰਤਾ ਤੁਹਾਨੂੰ ਸਾਰਿਆਂ ਨੂੰ ਕਿ ਹੁਣ ਆਪਾਂ ਖਰਾਤ ਮੰਗਣ ਨਹੀਂ ਜਾਣਾ ਕਿਸੇ ਨੇ, ਤਾਂ ਦੁਬਾਰਾ ਇਸ ਇਜਲਾਸ ਦੇ ਵਿੱਚ ਕਿਉਂ ਮੰਗਣ ਦੀ ਮਿਲਣ ਦੇ ਲਈ
ਹੋਮ ਮਿਨਿਸਟਰ ਨੂੰ ਮਿਲਣਾ ਹੈ, ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੈ, ਕੋਸ਼ਿਸ਼ ਹੋਣੀ ਹੈ। ਇਹ ਦੋ ਤਰੀਕਿਆਂ ਦਾ ਮੈਨੂੰ ਨਹੀਂ ਸਮਝ ਆਈ ਜਿਹੜੀ ਹੈ, ਪਰ ਮਤਾ ਪਾਸ ਕੀਤਾ ਕਿ ਮਿਲਣਾ ਹੈ। ਤੇ ਨਾਲ ਦੀ ਨਾਲ ਇੱਕ ਮਤਾ ਪਾਸ ਇਹ ਕੀਤਾ ਕਿ 12 ਸਤੰਬਰ ਨੂੰ ਸਾਰੇ ਕਿਤੇ ਜ਼ਿਲ੍ਹਿਆਂ ਦੇ ਵਿੱਚ, ਯੂਟੀ ਦੇ ਵਿੱਚ ਸਾਰੇ ਕਿਤੇ ਗਵਰਨਰਾਂ ਨੂੰ, ਡੀਸੀਆਂ ਨੂੰ, ਸਭ ਨੂੰ ਮੰਗ ਪੱਤਰ ਦੇਣੇ ਨੇ ਇਸ ਰਿਹਾਈ ਦੇ ਸਾਰੇ ਮਾਮਲੇ ਦੇ ਵਿੱਚ। ਮਤਲਬ ਇਹਦੇ 'ਤੇ ਹੀ ਫੋਕਸ ਕਰਨਾ ਹੈ ਸ਼੍ਰੋਮਣੀ ਕਮੇਟੀ ਨੇ, ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਹੈ। ਕੀ ਹੁਣ ਸ਼੍ਰੋਮਣੀ ਕਮੇਟੀ ਹੀ ਕਰੇਗੀ ਅਤੇ ਉਹ ਕੋਰ ਕਮੇਟੀ ਕਿੱਥੇ ਗਈ ਜਿਹੜੀ ਸਾਂਝੀ ਬਣਾਈ ਸੀ? ਕੀ ਉਹ ਸਾਂਝੀ ਹੁਣ ਖਤਮ ਸਮਝ ਲਈ ਜਾਏ? ਬਾਕੀ ਦੇ ਬੰਦੇ ਜਿਹੜੇ ਬਾਹਰੋਂ ਹੋਰ ਲਏ ਸੀਗੇ ਉਹਨਾਂ ਦਾ ਕੀ ਵਜੂਦ ਹੈ, ਇਹ ਅਜੇ ਤੱਕ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹੁਣ ਉਹ ਆਪੋ ਆਪਣੇ ਬਿਆਨ ਦੇਣਗੇ, ਜਿਹੜੇ ਬੰਦੇ ਬਾਹਰ ਸੀ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਜਾਂ ਬੁਲਾਇਆ ਗਿਆ, ਜਾਂ ਜਿਹੜੀਆਂ ਵੀ ਚੀਜ਼ਾਂ ਨੇ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ 2-3 ਗਰੁੱਪ ਕੰਮ ਕਰ ਰਹੇ ਨੇ। ਪਰਸੋਂ ਵੀ ਜੰਤਰ ਮੰਤਰ 'ਤੇ ਉਹਨਾਂ ਨੇ ਇੱਕ ਮੁਜ਼ਾਹਰਾ ਕੀਤਾ, ਉਦੋਂ ਪਹਿਲਾਂ ਵੀ ਇੱਕ ਗਰੁੱਪ ਚਲਾ ਗਿਆ ਸੀ। ਵੱਖ-ਵੱਖ ਟਾਈਪ ਦੇ ਗਰੁੱਪ ਜਿਹੜੇ ਉਹ ਕੰਮ ਕਰ ਰਹੇ ਨੇ। ਕੀ ਹੁਣ ਉਹ ਪੰਥਕ ਜਿਹੜੀ ਸੰਗਰੂਰ ਚੋਣ ਤੋਂ ਪਹਿਲਾਂ ਪੰਥ ਯੂਨਾਈਟਿਡ ਰੂਪ ਦੇ ਵਿੱਚ ਕੰਮ ਕਰੇ, ਉਹ ਹੁਣ 2024 ਤੱਕ ਟਾਲ ਦਿੱਤਾ ਗਿਆ? ਇਹ ਵੀ ਇੱਕ ਆਪਣੇ ਆਪ ਦੇ ਵਿੱਚ ਗੱਲ ਬੜੇ ਵੱਡੇ ਪੱਧਰ 'ਤੇ ਜਵਾਬ ਮੰਗਦੀ ਹੈ ਉਸ ਪੱਧਰ 'ਤੇ। ਪਰ ਫਿਰ ਵੀ ਸ਼੍ਰੋਮਣੀ ਕਮੇਟੀ ਦੇ ਇੱਕ ਆਪਣੇ ਆਪ 'ਚ ਸੋਚਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਕਿੱਡਾ ਕੁ ਵਜੂਦ ਬਣਾ ਲਿਆ। ਜਦੋਂ ਸ਼੍ਰੋਮਣੀ ਕਮੇਟੀ ਇੱਕ ਬਿਆਨ ਦਿੰਦੀ ਸੀ ਇੱਥੋਂ ਪ੍ਰਧਾਨ, ਤਾਂ ਦਿੱਲੀ ਤੱਕ ਹਿਲਜੁਲ ਹੁੰਦੀ ਸੀ। ਮਤਲਬ ਜਥੇਦਾਰ ਸਾਹਿਬ ਨੇ ਕਿਹਾ ਅਸੀਂ ਇੰਨੀਆਂ ਕਮਜ਼ੋਰ ਕਿਉਂ ਕਰ ਲਈਆਂ ਆਪਣੀਆਂ ਸੰਸਥਾਵਾਂ, ਕੋਈ ਤੁਹਾਨੂੰ ਟਾਈਮ ਦੇਣ ਲਈ ਤਿਆਰ ਨਹੀਂ। ਸਭ ਤੋਂ ਬੜਾ ਸਵਾਲ ਇਹੀ ਹੈ ਕਿ ਓਡਾ ਕੱਦ ਕਿਵੇਂ ਬਣਾਇਆ ਜਾਵੇ, ਓਡਾ ਅਖਲਾਕ ਕਿਵੇਂ ਲਿਆਂਦਾ ਜਾਵੇ, ਓਡਾ ਵਜੂਦ ਕਿਵੇਂ ਕਾਇਮ ਕੀਤਾ ਜਾਵੇ। ਇਹ ਫੋਕਸ ਜਦੋਂ ਹੋਏਗਾ ਤਾਂ ਇਹਦੇ ਲਈ ਕੋਈ ਰਣਨੀਤੀ ਕਿਹੋ ਜਿਹੀ ਹੋਏਗੀ, ਉਹ ਰਣਨੀਤੀ ਦੀ ਉਡੀਕ ਹਜੇ ਮੇਰੇ ਖਿਆਲ ਲੋਕਾਂ ਨੂੰ ਹੈਗੀ ਹੈ। ਪਰ ਹਜੇ ਦੇਖੋ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕਰਦੀ ਹੈ, ਬਾਕੀ ਚੀਜ਼ਾਂ ਨੂੰ ਕੀ ਕਰਦੀ ਹੈ। ਔਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਪੁਰਾਣੀਆਂ ਜਥੇਬੰਦੀਆਂ ਨੇ, ਉਹਨਾਂ ਦਾ ਰਿਗਾਰਡ ਹੈ ਬੇਹੱਦ ਉਸ ਮਾਮਲੇ ਦੇ ਵਿੱਚ। ਪਰ ਜੇਕਰ ਲੋਕਾਂ ਦੀ ਖਾਹਿਸ਼ ਤੋਂ ਕੋਈ ਚੀਜ਼ ਟੁੱਟ ਜਾਂਦੀ ਹੈ, ਲੋਕਾਂ ਨੂੰ ਨਾਲ ਕੈਰੀ ਨਹੀਂ ਕਰ ਸਕਦੀ, ਲੋਕਾਂ ਦੇ ਭਾਵਨਾਵਾਂ ਦੀ ਤਰਜਮਾਨੀ ਛੱਡ ਜਾਂਦੀ ਹੈ, ਤਾਂ ਉਹ ਕਮਜ਼ੋਰ ਹੋ ਜਾਂਦੀ ਹੈ। ਜੇਕਰ ਉਹ ਲੋਕਾਂ ਦੀ ਭਾਵਨਾ, ਜਥੇਦਾਰ ਸਾਹਿਬ ਨੇ ਇਹ ਕਿਹਾ ਸੀਗਾ ਕਿ ਚੋਣਾਂ ਛੱਡੋ, ਇਹ ਕੁਰਸੀਆਂ ਕੀ ਨੇ, ਚੀਫ ਮਿਨਿਸਟਰ ਵੀ ਜੇ ਬਣ ਜਾਓਗੇ ਕੁਝ ਨਹੀਂ ਹੈ, ਤੁਹਾਡੇ ਕੋਲ ਹੈ ਕੀ ਹੈ ਅੱਜ ਕੱਲ੍ਹ, ਤਾਕਤਾਂ ਤਾਂ ਉੱਪਰ ਚਲੀਆਂ ਗਈਆਂ ਨੇ। ਇਸ ਲਈ ਪੰਥਕ ਬਣੋ ਅਤੇ ਲੋਕਾਂ 'ਚ ਜਾਓ ਅਤੇ ਲੋਕਾਂ ਦੀ ਤਾਕਤ ਇਕੱਠੀ ਕਰੋ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਗਿਆ ਵੀ ਪੁਰਾਣਾ ਅਕਾਲੀ ਦਾ ਜਿਹੜਾ ਮੋਰਚਿਆਂ ਦਾ ਅਕਾਲੀ ਦਲ ਹੈ, ਉਹਨੂੰ ਸੱਤਾ ਦੀ ਭੁੱਖ ਨਹੀਂ ਸੀ ਹੁੰਦੀ ਅਤੇ ਮੋਰਚੇ ਲਾ ਕੇ ਹੀ ਕਾਇਮ ਰਹਿੰਦਾ ਸੀ। ਜਿਹੜੀ ਤੁਸੀਂ ਹਮੀਰ ਜੀ ਗੱਲ ਕੀਤੀ ਸੀਗੀ ਵੀ ਬੜੀ ਅੱਛੀ ਗੱਲ ਕੀਤੀ ਵੀ ਇਸ ਨੂੰ ਬੰਦੀ ਸਿੰਘਾਂ ਬਾਰੇ ਜਦੋਂ ਬਿਲਕਿਸ ਮਾਮਲੇ ਦੇ ਵਿੱਚ ਉਹ ਰਿਹਾਅ ਕੀਤੇ ਗਏ, ਅਕਾਲੀ ਦਲ ਵੱਲੋਂ ਉਸ ਜ਼ੋਰ ਨਾਲ ਨਹੀਂ ਗਿਆ, ਸਗੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਬਕਾਇਦਾ ਕਿਹਾ ਸੀ ਵੀ ਤੁਸੀਂ ਇੱਦਾਂ ਦੇ 2 ਨਿਯਮ ਨਹੀਂ ਬਣਾ ਸਕਦੇ। ਅਤੇ ਦੂਜੀ ਗੱਲ ਇਹ ਸੀ ਵੀ ਜਿਹੜਾ ਇੱਕ ਬੰਦੀ ਸਿੰਘਾਂ ਦਾ ਇੱਕ ਮਸਲਾ ਹੈ, ਉਹ ਸ਼੍ਰੋਮਣੀ ਕਮੇਟੀ ਦਾ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਲੱਗਦਾ ਇੱਕੋ ਹੀ ਇਹਨਾਂ ਕੋਲ ਰਹਿ ਗਿਆ, ਹੋਰ ਕਿਸੇ ਦੇ ਇਹ ਗੱਲ ਨਹੀਂ ਕਰ ਰਹੇ। ਜਦ ਕਿ ਲੋਕ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਵੀ ਜਦੋਂ ਇਹ ਸੱਤਾ 'ਚ ਸੀਗੇ, ਚਾਹੇ ਬੀਜੇਪੀ ਦੇ, ਉਸ ਵੇਲੇ ਕੋਈ ਐਫਰਟਸ ਨਹੀਂ ਕੀਤੇ ਗਏ। ਹੁਣ ਤਾਂ ਇਹ ਮੈਨੂੰ ਲੱਗਦਾ ਬੀਜੇਪੀ ਦੇ ਰਹਿਮੋ ਕਰਮ 'ਤੇ ਹੈ ਵੀ ਇਹ ਉਹ ਛੱਡਦੇ ਹੈ ਕਿ ਨਹੀਂ ਛੱਡਦੇ। ਅਤੇ ਨਾ ਕੇਵਲ ਲੋਕ ਤਾਂ ਇਹ ਵੀ ਸਵਾਲ ਉਠਾਉਂਦੇ ਨੇ, ਜਦੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਇੱਕ ਪਟੀਸ਼ਨ ਸੀ ਕਿ ਉਹਨਾਂ ਨੂੰ ਇੱਥੇ ਅੰਮ੍ਰਿਤਸਰ ਸ਼ਿਫਟ ਕਰ ਦਿਓ, ਨੇੜੇ ਦੇਖ ਠੀਕ ਹੋ ਜੂ, ਮਤਲਬ ਜੇਲ੍ਹ 'ਚ ਹੀ ਕਰਨਾ ਸੀ ਲੋਕਾਂ ਨੂੰ ਫਲਾਣਾ, ਉਦੋਂ ਵੀ ਨਹੀਂ ਕੋਈ ਐਫਰਟ ਕੀਤਾ ਸ਼੍ਰੋਮਣੀ ਅਕਾਲੀ ਦਲ। ਇਸੇ ਕਰਕੇ ਤਾਂ ਦੋਸ਼ ਲੱਗਦਾ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਸੀਗੇ, ਤੁਹਾਡੀ ਅੰਦਰ ਚੱਲਦੀ ਵੀ ਸੀ, ਤੁਸੀਂ ਇਹ ਕੇਸ ਉਦੋਂ ਹੱਲ ਕਰਾਉਣੇ ਸੀ, ਜਾਂ ਇੱਕਾ ਦੁੱਕਾ ਮੁੱਦੇ ਜਿਹੜੇ ਵੀ ਕਰਾ ਸਕਦੇ ਸੀ ਘੱਟੋ ਘੱਟ ਕਰਾਉਂਦੇ, ਲੋਕਾਂ ਨੂੰ ਪਤਾ ਲੱਗਦਾ। ਉਹ ਸਾਰੀਆਂ ਚੀਜ਼ਾਂ ਜੁੜ ਕੇ ਤਾਂ ਹੁਣ ਪਾਰਟੀ ਉੱਥੇ ਚਲੀ ਗਈ ਹੈ, 3 ਸੀਟਾਂ 'ਤੇ ਆ ਗਈ ਜਾਂ ਬਾਕੀ ਦੀਆਂ ਚੀਜ਼ਾਂ 'ਤੇ ਆ ਗਈ। ਔਰ ਅਜੇ ਵੀ ਪਾਰਟੀ ਕੇਵਲ ਚੋਣ ਨੂੰ ਦੇਖ ਰਹੀ ਹੈ, ਆਪਣਾ ਰਿਵਾਈਵਲ ਉਸ ਪੱਧਰ ਦੇ ਉੱਤੇ ਨਹੀਂ ਮੇਰੇ ਖਿਆਲ ਨਾਲ ਦੇਖ ਰਹੀ। ਔਰ ਜੇ ਤੁਸੀਂ ਦੇਖੋਗੇ ਅਜੇ ਵੀ ਜਿੰਨੇ ਸੁਖਬੀਰ ਸਿੰਘ ਬਾਦਲ ਨੇ ਵੀ ਗੱਲਾਂ ਕੀਤੀਆਂ ਨੇ, ਬੂਥ ਲੈਵਲ ਦਾ ਵਰਕਰ, ਸਰਕਲ ਫਲਾਨਾ ਧਿਮਕਾ, ਉਹ ਉਸ ਲੈਵਲ ਦੀ ਗੱਲ। ਤੁਸੀਂ ਜਿਹੜਾ ਏਜੰਡਾ ਹਜੇ ਤੱਕ ਵੀ ਅਕਾਲੀ ਦਲ ਨੇ ਦੇਣਾ ਹੈ ਕਿ ਹੁਣ ਅਕਾਲੀ ਦਲ ਕਿਹੜੇ ਪੋਲੀਟੀਕਲ ਏਜੰਡੇ ਨੂੰ ਫੋਲੋ ਕਰੇਗਾ। ਉਹ ਕੀ ਅਨੰਦਪੁਰ ਸਾਹਿਬ ਦਾ ਮਤਾ ਹੋਏਗਾ, ਕੀ ਉਹ ਪੰਜਾਬ ਦੀਆਂ ਉਹ ਡਿਮਾਂਡ 'ਚ ਹੋਣਗੀਆਂ। ਅਜੇ ਉਹ ਏਜੰਡਾ ਦੀ ਤਾਂ ਵੇਟ ਰਹੇਗੀ, ਬਿਨਾਂ ਏਜੰਡੇ ਵੀ ਕੰਮ ਨਹੀਂ ਚੱਲਣਾ। ਪਾਰਟੀ ਦਾ ਰਿਵਾਈਵਲ ਜਿੱਥੇ ਜਥੇਬੰਦਕ ਤੌਰ 'ਤੇ ਡੈਮੋਕ੍ਰੈਟਿਕ ਹੋਣਾ ਚਾਹੀਦਾ, ਜਿੱਥੇ ਉਹ ਪਾਰਟੀ ਜਥੇਬੰਦਕ ਤੌਰ 'ਤੇ ਲੋਕਾਂ ਪ੍ਰਤੀ ਜਵਾਬਦੇਹੀ ਹੁੰਦੀ ਹੈ, ਉੱਥੇ ਲੋਕਾਂ ਦੇ ਸਰੋਕਾਰਾਂ ਨਾਲ ਜੁੜਿਆ ਜਿਹੜਾ ਏਜੰਡਾ ਹੁੰਦਾ ਹੈ ਉਹ ਉਦੋਂ ਵੀ ਮਹੱਤਵਪੂਰਨ ਗਿਣਿਆ ਜਾਂਦਾ, ਜਿਹਦੇ ਨਾਲ ਲੋਕ ਅੱਖਾਂ ਮੀਚ ਕੇ ਜੇਲ੍ਹਾਂ 'ਚ ਜਾਂਦੇ ਸੀ ਕਿ ਸਾਡਾ ਏਜੰਡਾ ਹੈ ਔਰ ਅਸੀਂ ਆਪਣੀ ਤਾਕਤ ਲਈ ਲੜ ਰਹੇ ਹਾਂ, ਆਪਣੀ ਪਛਾਣ ਲਈ ਲੜ ਰਹੇ ਹਾਂ। ਉਹ ਸਾਰੀਆਂ ਚੀਜ਼ਾਂ ਵੀ ਅਜੇ ਬਕਾਇਆ ਨੇ। ਇਹ ਅਗਲੇ ਭਵਿੱਖ ਦੇ ਗਰਭ 'ਚ ਨੇ, ਕਿੰਨਾ ਕੁ ਕਰ ਸਕਣਗੇ, ਕਿੰਨਾ ਕੁ ਨਹੀਂ ਕਰ ਸਕਣਗੇ। ਹੋ ਸਕਦਾ 30 ਨਵੰਬਰ ਤੋਂ ਬਾਅਦ ਏਜੰਡੇ 'ਤੇ ਮੀਟਿੰਗਾਂ, ਕੋਰ ਮੀਟਿੰਗਾਂ ਸ਼ੁਰੂ ਹੋਣ। ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਮਿਲਾਂਗੇ। ਆਗਿਆ ਦਿਓ।